ਕੀਤਾ ਕਿ ਭਗਤ ਸਿੰਘ ਨੂੰ ਮੈਂ ਦਹਿਸ਼ਤਗਰਦ ਕਿਹਾ। ਹੁਣ ਜਨੀਵਾ Disclaimer: Punjab Spectrum does not endorse the opinions of speakers, social media personalities, influencers, political religious leaders. ਮੇਰੇ ਤੇ ਇਲਜ਼ਾਮ ਹੁਕੂਮਤ ਲਗਾਇਆ ਸੀਗਾ ਕਿ ਮੈਂ ਸਰਦਾਰ ਭਗਤ ਸਿੰਘ ਨੂੰ ਦਹਿਸ਼ਤਗਰਦ ਕਿਹਾ, ਜੋ ਕਰਕੇ ਉਹਨਾਂ ਨੇ ਦੋ ਬੇਗੁਨਾਹ ਪੁਲਿਸ ਆਫਿਸਰਸ, ਇੱਕ ਮਿਸਟਰ ਸੌਂਡਰਸ ਨੌਜਵਾਨ 22 ਸਾਲਾਂ ਦਾ ਅੰਗਰੇਜ਼ ਤੇ ਦੂਜਾ ਅੰਮ੍ਰਿਤਧਾਰੀ ਸਿੱਖ ਹੈਡ ਕਾਂਸਟੇਬਲ ਚੰਨਨ ਸਿੰਘ ਮਾਰਤਾ ਸੀ ਤੇ ਸੈਂਟਰਲ ਅਸੈਂਬਲੀ ਦੇ ਵਿੱਚ ਬੰਬ ਨੂੰ ਲੱਭ ਕਰ ਦਿੱਤਾ ਸੀਗਾ। ਇਹਦੇ ਤੇ ਮੇਰਾ ਕੇਸ ਬਣਿਆ ਕਿ ਮੈਂ ਇੱਕ ਨੈਸ਼ਨਲ ਹੀਰੋ ਦੀ ਬੇਇੱਜ਼ਤੀ ਕੀਤੀ ਹੈ ਔਰ ਮੈਂ ਉਸ ਨੂੰ ਦਹਿਸ਼ਤਗਰਦ ਠਹਿਰਾਇਆ। ਅੱਜ ਜਿਹੜਾ ਫੈਸਲਾ ਹੋਇਆ ਹੈ, ਅੱਜ ਸਾਨੂੰ ਬੜੀ ਖੁਸ਼ੀ ਹੈ, ਸੋਢੀ ਸਾਹਿਬ ਮੇਰੇ ਵਕੀਲ ਰਹੇ ਹੈ, ਕਿ ਅਸੀਂ ਪ੍ਰੂਵ ਕਰਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਿਲਕੁਲ ਦਹਿਸ਼ਤਗਰਦੀ ਦੇ ਖਿਲਾਫ ਹੈ ਔਰ ਜਿਹੜੀ ਇੰਡੀਅਨ ਸਟੇਟ ਹੈ ਇਹ ਦਹਿਸ਼ਤਗਰਦੀ ਨੂੰ ਸਪੋਰਟ ਕਰਦੀ ਹੈ। ਜਿਹੜਾ ਇਹਨਾਂ ਨੇ ਮੇਰੇ ਉੱਤੇ ਮੁਕੱਦਮਾ ਕੀਤਾ ਕਿ ਭਗਤ ਸਿੰਘ ਨੂੰ ਮੈਂ ਦਹਿਸ਼ਤਗਰਦ ਕਿਹਾ। ਹੁਣ ਜਨੀਵਾ ਕਨਵੈਨਸ਼ਨਸ ਆਫ ਵਾਰ ਮੈਂ ਕੋਟ ਕੀਤੀਆਂ, ਉਹ ਕਹਿੰਦੀਆਂ ਕਿ ਜਿਹੜਾ ਵੀ ਬੇਗੁਨਾਹ ਬੰਦਿਆਂ ਨੂੰ ਮਾਰਦੇ ਹੈ ਉਹ ਕਾਨੂੰਨ ਦੇ ਖਿਲਾਫ ਹੈ ਤੇ ਇੱਕ ਕ੍ਰਿਮੀਨਲ ਮੁਜਰਮ ਕੇਸ ਹੈ। ਇਹਦਾ ਮਤਲਬ ਹੈ ਕਿ ਇੰਡੀਆ ਅਜੇ ਵੀ ਉਸ ਦਾ ਸਟੈਂਡ ਦਹਿਸ਼ਤਗਰਦੀ ਦੇ ਉੱਤੇ ਕਲੀਅਰ ਨਹੀਂ ਹੈ। ਜੇ ਉਸ ਨੂੰ ਪਸੰਦ ਆਉਂਦਾ ਹੈ ਤਾਂ ਦਹਿਸ਼ਤਗਰਦ ਨੂੰ ਦਹਿਸ਼ਤਗਰਦ ਕਹਿ ਦਿੰਦੇ ਹੈ, ਜਿਵੇਂ ਸਰਦਾਰ ਭਗਤ ਸਿੰਘ ਹੈ, ਜਿਵੇਂ ਆਪਣਾ ਸੁਭਾਸ਼ ਚੰਦਰ ਬੋਸ ਹੈ। ਤੇ ਜੇ ਉਹਨਾਂ ਨੂੰ ਪਸੰਦ ਨਾ ਆਵੇ ਤਾਂ ਉਹ ਕਹਿ ਦਿੰਦੇ ਇਹ ਤਾਂ ਜੀ ਦਹਿਸ਼ਤਗਰਦੀ ਹੈ। ਹੁਣ ਇੰਡੀਆ ਨੂੰ ਇਸ ਕੇਸ ਦੇ ਫੈਸਲੇ ਤੋਂ ਬਾਅਦ ਦੁਨੀਆ ਨੂੰ ਦੱਸਣਾ ਪਊਗਾ ਕਿ ਡੂ ਦੇ ਸਪੋਰਟ ਟੈਰਰਿਜ਼ਮ ਔਰ ਨਾਟ, ਕਿ ਉਹ ਦਹਿਸ਼ਤਗਰਦੀ ਦੀ ਸਪੋਰਟ ਕਰਦੇ ਹੈ ਕਿ ਨਹੀਂ ਕਰਦੇ। ਸੋ ਇਹ ਬਹੁਤ ਵੱਡਾ ਇੱਕ ਫੈਸਲਾ ਅਦਾਲਤ ਨੇ ਕੀਤਾ ਹੈ ਕਿ ਜਿਹੜਾ ਮੈਂ ਕਿਹਾ ਸੀਗਾ ਕਿ ਸਰਦਾਰ ਭਗਤ ਸਿੰਘ ਨੇ ਦਹਿਸ਼ਤਗਰਦੀ ਕੀਤੀ ਹੈ, ਇਹ ਸਾਬਤ ਹੋ ਗਿਆ ਹੈ ਕਿ ਉਹ ਦਹਿਸ਼ਤਗਰਦ ਸੀਗਾ। ਜਿਹੜੇ ਕਾਮਰੇਡ ਤੇ ਹੋਰ ਲੋਕ ਜਿਹੜੇ ਇਹੋ ਜਿਹੀ ਦਹਿਸ਼ਤਗਰਦੀ ਨੂੰ ਸਪੋਰਟ ਕਰਦੇ ਹੈ, ਮੈਂ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਇਹਨਾਂ ਲੋਕਾਂ ਨੇ, ਭਗਤ ਸਿੰਘ ਤੇ ਕਾਮਰੇਡਾਂ ਨੇ ਇੰਡੀਆ ਤੇ ਪਾਕਿਸਤਾਨ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਤਾ, ਪਰ ਹਰੇਕ ਕਾਮਰੇਡ ਦਾ, ਭਗਤ ਸਿੰਘ ਦਾ ਰਿਲੇਟਿਵ ਅੱਜ ਜੇ ਰਿਹਾਇਸ਼ ਕਰਦਾ ਉਹ ਕੈਨੇਡਾ ਦੇ ਵਿੱਚ ਕਰਦਾ ਹੈ, ਵਲਾਇਤ ਦੇ ਵਿੱਚ ਕਰਦਾ ਹੈ, ਸਵਿਟਜ਼ਰਲੈਂਡ, ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਦੇ ਵਿੱਚ ਕਰਦਾ ਜਿੱਥੇ ਅੰਗਰੇਜ਼ਾਂ ਦਾ ਰਾਜ ਹੈ। ਤਾਂ ਮੈਂ ਪੁੱਛਦਾ ਕਿ ਫਿਰ ਇਹ ਕਾਮਰੇਡਾਂ ਨੂੰ ਤੇ ਆਜ਼ਾਦੀ ਘੁਲਾਟੀਆਂ ਨੂੰ ਕਿ ਜੇ ਤੁਸੀਂ ਆਜ਼ਾਦੀ ਦਿਵਾਉਣੀ ਸੀ ਤੇ ਤੁਹਾਡੇ ਮੁੰਡੇ ਤੇ ਤੁਹਾਡੇ ਟੱਬਰ ਤਾਂ ਅੰਗਰੇਜ਼ਾਂ ਦੇ ਰਾਜ ਥੱਲੇ ਫੇਰ ਚਲੀ ਜਾਂਦੇ ਆ, ਫਿਰ ਤੁਸੀਂ ਕਾਹਦੀ ਸਾਨੂੰ ਆਜ਼ਾਦੀ ਦਿਵਾ ਕੇ ਗਏ ਹੋ। ਔਰ ਦੂਸਰੀ ਗੱਲ ਹੈ ਕਿ ਇਹ ਜਿਹੜੇ ਆਜ਼ਾਦੀ ਘੁਲਾਟੀਏ ਸੀਗੇ ਜਿਨ੍ਹਾਂ ਦੀ ਆਪਾਂ ਉਸਤਤ ਕਰਦੇ ਹਾਂ ਕਿ ਇਹਨਾਂ ਨੇ ਸਾਨੂੰ ਆਜ਼ਾਦੀ ਦਵਾਈ ਹੈ, ਠੀਕ ਹੈ, ਇਹਨਾਂ ਨੇ ਹਿੰਦੂ ਨੂੰ ਆਜ਼ਾਦ ਕਰਾਤਾ, ਮੁਸਲਮਾਨ ਨੂੰ ਆਜ਼ਾਦ ਕਰਾਤਾ। ਮੁਸਲਮਾਨ ਪਾਕਿਸਤਾਨ 'ਚ ਆਜ਼ਾਦ ਹੈ, ਹਿੰਦੂ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਆਜ਼ਾਦ ਹੈ। ਪਰ ਤੀਜੀ ਜਿਹੜੀ ਧਿਰ ਹੈ ਜਿਸ ਨੇ ਸਾਰਿਆਂ ਤੋਂ ਜ਼ਿਆਦਾ ਕੁਰਬਾਨੀ ਕੀਤੀ ਹੈ ਉਹ ਤਾਂ ਅੱਜ ਗੁਲਾਮ ਹੈ। ਜਿਹੜਾ ਇੰਡੀਆ 'ਚ ਅੱਜ ਸਿੱਖ ਹੈ ਉਹ ਹਿੰਦੂ ਦੇ ਗੁਲਾਮ ਹੈ, ਜਿਹੜਾ ਪਾਕਿਸਤਾਨ 'ਚ ਉਹ ਮੁਸਲਮਾਨ ਦੇ ਗੁਲਾਮ ਹੈ। ਤੇ ਫਿਰ ਸਿੱਖਾਂ ਨੂੰ ਕਾਹਦੀ ਆਜ਼ਾਦੀ ਮਿਲੀ ਹੈਗੀ ਅਜੇ ਤੱਕ? ਇਹ ਤਾਂ ਹੁਣ ਇਹਨਾਂ ਨੂੰ ਪੁੱਛੋ ਜੀ ਕੀ ਕਰਨ ਨੂੰ। ਮੈਨੂੰ ਤਾਂ ਫਸਾਈ ਰੱਖਦੇ ਆ ਕੋਈ ਨਾ ਕੋਈ ਕੇਸ ਦੇ ਵਿੱਚ, ਜਾਂ ਅਮਰਿੰਦਰ ਜਾਂ ਮਨਮੋਹਨ ਸਿੰਘ ਜਾਂ ਬੀਜੇਪੀ ਜਾਂ ਬਾਦਲ। ਤੇ ਜਦੋਂ ਇਹ ਫਸੇ ਨਾ ਕਿਤੇ ਫੇਰ ਦੇਖਿਓ ਇਹਨਾਂ ਦਾ ਹਾਲ ਕੀ ਹੋਊਗਾ।
खालसा पिंडा वाले खालिस्तान सोच पे मान तेरी सोच ਮੇਰੇ ਤੇ ਇਲਜ਼ਾਮ ਹਕੂਮਤ ਨੇ ਲਗਾਇਆ ਸੀਗਾ ਕਿ ਮੈਂ ਸਰਦਾਰ ਭਗਤ ਸਿੰਘ ਨੂੰ ਦਹਿਸ਼ਤਗਰਦ ਕਿਹਾ ਹੈ, ਕਿਉਂ ਕਰਕੇ ਉਹਨਾਂ ਨੇ ਦੋ ਬੇਗਨਾ ਪੁਲਿਸ ਆਫੀਸਰਸ, ਇੱਕ ਮਿਸਟਰ ਸੌਂਡਰਸ ਨੌਜਵਾਨ 22 ਸਾਲਾਂ ਦਾ ਅੰਗਰੇਜ਼ ਤੇ ਦੂਜਾ ਅੰਮ੍ਰਿਤਧਾਰੀ ਸਿੱਖ ਹੈਡ ਕਾਂਸਟੇਬਲ ਚੰਨਨ ਸਿੰਘ ਮਾਰਤਾ ਸੀ ਤੇ ਸੈਂਟਰਲ ਅਸੈਂਬਲੀ ਦੇ ਵਿੱਚ ਬੰਬ ਨੂੰ ਲੱਭ ਕਰ ਦਿੱਤਾ ਸੀਗਾ। ਇਹਦੇ ਤੇ ਮੇਰਾ ਕੇਸ ਬਣਿਆ ਕਿ ਮੈਂ ਇੱਕ ਨੈਸ਼ਨਲ ਹੀਰੋ ਦੀ ਬੇਇੱਜ਼ਤੀ ਕੀਤੀ ਹੈ ਔਰ ਮੈਂ ਉਸ ਨੂੰ ਦਹਿਸ਼ਤਗਰਦ ਠਹਿਰਾਇਆ। ਅੱਜ ਜਿਹੜਾ ਫੈਸਲਾ ਹੋਇਆ ਹੈ, ਅੱਜ ਸਾਨੂੰ ਬੜੀ ਖੁਸ਼ੀ ਹੈ, ਸੋਢੀ ਸਾਹਿਬ ਮੇਰੇ ਵਕੀਲ ਰਹੇ ਹੈ, ਕਿ ਅਸੀਂ ਪ੍ਰੂਵ ਕਰਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਿਲਕੁਲ ਦਹਿਸ਼ਤਗਰਦੀ ਦੇ ਖਿਲਾਫ ਹੈ ਔਰ ਜਿਹੜੀ ਇੰਡੀਅਨ ਸਟੇਟ ਹੈ ਇਹ ਦਹਿਸ਼ਤਗਰਦੀ ਨੂੰ ਸਪੋਰਟ ਕਰਦੀ ਹੈ। ਜਿਹੜਾ ਇਹਨਾਂ ਨੇ ਮੇਰੇ ਉੱਤੇ ਮੁਕੱਦਮਾ ਕੀਤਾ ਕਿ ਭਗਤ ਸਿੰਘ ਨੂੰ ਮੈਂ ਦਹਿਸ਼ਤਗਰਦ ਕਿਹਾ ਹੈ, ਹੁਣ ਜਨੀਵਾ ਕਨਵੈਨਸ਼ਨਸ ਆਫ ਵਾਰ ਮੈਂ ਕੋਟ ਕੀਤੀਆਂ, ਉਹ ਕਹਿੰਦੀਆਂ ਕਿ ਜਿਹੜਾ ਵੀ ਬੇਗੁਨਾਹ ਬੰਦਿਆਂ ਨੂੰ ਮਾਰਦੇ ਹੈ ਉਹ ਕਾਨੂੰਨ ਦੇ ਖਿਲਾਫ ਹੈ ਤੇ ਇੱਕ ਕ੍ਰਿਮੀਨਲ ਮੁਜਰਮ ਕੇਸ ਹੈ। ਇਹਦਾ ਮਤਲਬ ਹੈ ਕਿ ਇੰਡੀਆ ਅਜੇ ਵੀ ਉਸ ਦਾ ਸਟੈਂਡ ਦਹਿਸ਼ਤਗਰਦੀ ਦੇ ਉੱਤੇ ਕਲੀਅਰ ਨਹੀਂ ਹੈ। ਜੇ ਉਸ ਨੂੰ ਪਸੰਦ ਆਉਂਦਾ ਹੈ ਤਾਂ ਦਹਿਸ਼ਤਗਰਦ ਨੂੰ ਦਹਿਸ਼ਤਗਰਦ ਕਹਿ ਦਿੰਦੇ ਹੈ, ਜਿਵੇਂ ਸਰਦਾਰ ਭਗਤ ਸਿੰਘ ਹੈ, ਜਿਵੇਂ ਆਪਣਾ ਸੁਭਾਸ਼ ਚੰਦਰ ਬੋਸ ਹੈ। ਤੇ ਜੇ ਉਹਨਾਂ ਨੂੰ ਪਸੰਦ ਨਾ ਆਵੇ ਤਾਂ ਉਹ ਕਹਿ ਦਿੰਦੇ ਇਹ ਤਾਂ ਜੀ ਦਹਿਸ਼ਤਗਰਦੀ ਹੈ। ਹੁਣ ਇੰਡੀਆ ਨੂੰ ਇਸ ਕੇਸ ਦੇ ਫੈਸਲੇ ਤੋਂ ਬਾਅਦ ਦੁਨੀਆ ਨੂੰ ਦੱਸਣਾ ਪਊਗਾ ਕਿ ਡੂ ਦੇ ਸਪੋਰਟ ਟੈਰਰਿਜ਼ਮ ਔਰ ਨਾਟ, ਕਿ ਉਹ ਦਹਿਸ਼ਤਗਰਦੀ ਦੀ ਸਪੋਰਟ ਕਰਦੇ ਹੈ ਕਿ ਨਹੀਂ ਕਰਦੇ। ਸੋ ਇਹ ਬਹੁਤ ਵੱਡਾ ਇੱਕ ਫੈਸਲਾ ਅਦਾਲਤ ਨੇ ਕੀਤਾ ਹੈ ਕਿ ਜਿਹੜਾ ਮੈਂ ਕਿਹਾ ਸੀਗਾ ਕਿ ਸਰਦਾਰ ਭਗਤ ਸਿੰਘ ਨੇ ਦਹਿਸ਼ਤਗਰਦੀ ਕੀਤੀ ਹੈ, ਇਹ ਸਾਬਤ ਹੋ ਗਿਆ ਹੈ ਕਿ ਉਹ ਦਹਿਸ਼ਤਗਰਦ ਸੀਗਾ। ਜਿਹੜੇ ਕਾਮਰੇਡ ਤੇ ਹੋਰ ਲੋਕ ਜਿਹੜੇ ਇਹੋ ਜਿਹੀ ਦਹਿਸ਼ਤਗਰਦੀ ਨੂੰ ਸਪੋਰਟ ਕਰਦੇ ਹੈ, ਮੈਂ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਇਹਨਾਂ ਲੋਕਾਂ ਨੇ, ਭਗਤ ਸਿੰਘ ਤੇ ਕਾਮਰੇਡਾਂ ਨੇ ਇੰਡੀਆ ਤੇ ਪਾਕਿਸਤਾਨ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਤਾ, ਪਰ ਹਰੇਕ ਕਾਮਰੇਡ ਦਾ, ਭਗਤ ਸਿੰਘ ਦਾ ਰਿਲੇਟਿਵ ਅੱਜ ਜੇ ਰਿਹਾਇਸ਼ ਕਰਦਾ, ਉਹ ਕੈਨੇਡਾ ਦੇ ਵਿੱਚ ਕਰਦਾ, ਵਲਾਇਤ ਦੇ ਵਿੱਚ ਕਰਦਾ, ਸਵਿਟਜ਼ਰਲੈਂਡ, ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਦੇ ਵਿੱਚ ਕਰਦਾ, ਜਿੱਥੇ ਅੰਗਰੇਜ਼ਾਂ ਦਾ ਰਾਜ ਹੈ। ਤਾਂ ਮੈਂ ਪੁੱਛਦਾ ਕਿ ਫਿਰ ਇਹ ਕਾਮਰੇਡਾਂ ਨੂੰ ਤੇ ਆਜ਼ਾਦੀ ਘੁਲਾਟੀਆਂ ਨੂੰ ਕਿ ਜੇ ਤੁਸੀਂ ਆਜ਼ਾਦੀ ਦਿਵਾਉਣੀ ਸੀ ਤੇ ਤੁਹਾਡੇ ਮੁੰਡੇ ਤੇ ਤੁਹਾਡੇ ਟੱਬਰ ਤਾਂ ਅੰਗਰੇਜ਼ਾਂ ਦੇ ਰਾਜ ਥੱਲੇ ਫੇਰ ਚਲੀ ਜਾਂਦੇ ਆ, ਫਿਰ ਤੁਸੀਂ ਕਾਹਦੀ ਸਾਨੂੰ ਆਜ਼ਾਦੀ ਦਿਵਾ ਕੇ ਗਏ ਹੋ। ਔਰ ਦੂਸਰੀ ਗੱਲ ਹੈ ਕਿ ਇਹ ਜਿਹੜੇ ਆਜ਼ਾਦੀ ਘੁਲਾਟੀਏ ਸੀਗੇ, ਜਿਨ੍ਹਾਂ ਦੀ ਆਪਾਂ ਉਸਤਤ ਕਰਦੇ ਹਾਂ ਕਿ ਇਹਨਾਂ ਨੇ ਸਾਨੂੰ ਆਜ਼ਾਦੀ ਦਵਾਈ ਹੈ, ਠੀਕ ਹੈ, ਇਹਨਾਂ ਨੇ ਹਿੰਦੂ ਨੂੰ ਆਜ਼ਾਦ ਕਰਾਤਾ, ਮੁਸਲਮਾਨ ਨੂੰ ਆਜ਼ਾਦ ਕਰਾਤਾ। ਮੁਸਲਮਾਨ ਪਾਕਿਸਤਾਨ 'ਚ ਆਜ਼ਾਦ ਹੈ, ਹਿੰਦੂ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਆਜ਼ਾਦ ਹੈ। ਪਰ ਤੀਜੀ ਜਿਹੜੀ ਧਿਰ ਹੈ ਜਿਸ ਨੇ ਸਾਰਿਆਂ ਤੋਂ ਜ਼ਿਆਦਾ ਕੁਰਬਾਨੀ ਕੀਤੀ ਹੈ, ਉਹ ਤਾਂ ਅੱਜ ਗੁਲਾਮ ਹੈ। ਜਿਹੜਾ ਇੰਡੀਆ 'ਚ ਅੱਜ ਸਿੱਖ ਹੈ ਉਹ ਹਿੰਦੂ ਦੇ ਗੁਲਾਮ ਹੈ, ਜਿਹੜਾ ਪਾਕਿਸਤਾਨ 'ਚ ਉਹ ਮੁਸਲਮਾਨ ਦੇ ਗੁਲਾਮ ਹੈ। ਤੇ ਫਿਰ ਸਿੱਖਾਂ ਨੂੰ ਕਾਹਦੀ ਆਜ਼ਾਦੀ ਮਿਲੀ ਹੈਗੀ ਅਜੇ ਤੱਕ? ਇਹ ਤਾਂ ਹੁਣ ਇਹਨਾਂ ਨੂੰ ਪੁੱਛੋ ਜੀ ਕੀ ਕਰਨ ਨੂੰ। ਮੈਨੂੰ ਤਾਂ ਫਸਾਈ ਰੱਖਦੇ ਆ ਕੋਈ ਨਾ ਕੋਈ ਕੇਸ ਦੇ ਵਿੱਚ, ਜਾਂ ਅਮਰਿੰਦਰ ਜਾਂ ਮਨਮੋਹਨ ਸਿੰਘ ਜਾਂ ਬੀਜੇਪੀ ਜਾਂ ਬਾਦਲ। ਤੇ ਜਦੋਂ ਇਹ ਫਸੇ ਨਾ ਕਿਤੇ, ਫੇਰ ਦੇਖਿਓ ਇਹਨਾਂ ਦਾ ਹਾਲ ਕੀ ਹੋਊਗਾ।
ਪਿੰਡਾਂ ਵਾਲੇ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਸੋਚ ਤੇ ਮਾਨ ਤੇਰੀ ਸੋਚ ਮੇਰੇ ਤੇ ਇਲਜ਼ਾਮ ਹਕੂਮਤ ਨੇ ਲਗਾਇਆ ਸੀਗਾ ਕਿ ਮੈਂ ਸਰਦਾਰ ਭਗਤ ਸਿੰਘ ਨੂੰ ਦਹਿਸ਼ਤਗਰਦ ਕਿਹਾ ਹੈ, ਕਿਉਂ ਕਰਕੇ ਉਹਨਾਂ ਨੇ ਦੋ ਬੇਗੁਨਾਹ ਪੁਲਿਸ ਆਫੀਸਰਸ, ਇੱਕ ਮਿਸਟਰ ਸੌਂਡਰਸ ਨੌਜਵਾਨ 22 ਸਾਲਾਂ ਦਾ ਅੰਗਰੇਜ਼ ਤੇ ਦੂਜਾ ਅੰਮ੍ਰਿਤਧਾਰੀ ਸਿੱਖ ਹੈਡ ਕਾਂਸਟੇਬਲ ਚੰਨਨ ਸਿੰਘ ਮਾਰਤਾ ਸੀ ਤੇ ਸੈਂਟਰਲ ਅਸੈਂਬਲੀ ਦੇ ਵਿੱਚ ਬੰਬ ਨੂੰ ਲੱਭ ਕਰ ਦਿੱਤਾ ਸੀਗਾ। ਇਹਦੇ ਤੇ ਮੇਰਾ ਕੇਸ ਬਣਿਆ ਕਿ ਮੈਂ ਇੱਕ ਨੈਸ਼ਨਲ ਹੀਰੋ ਦੀ ਬੇਇੱਜ਼ਤੀ ਕੀਤੀ ਹੈ ਔਰ ਮੈਂ ਉਸ ਨੂੰ ਦਹਿਸ਼ਤਗਰਦ ਠਹਿਰਾਇਆ। ਅੱਜ ਜਿਹੜਾ ਫੈਸਲਾ ਹੋਇਆ ਹੈ, ਅੱਜ ਸਾਨੂੰ ਬੜੀ ਖੁਸ਼ੀ ਹੈ, ਸੋਢੀ ਸਾਹਿਬ ਮੇਰੇ ਵਕੀਲ ਰਹੇ ਹੈ, ਕਿ ਅਸੀਂ ਪ੍ਰੂਵ ਕਰਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਿਲਕੁਲ ਦਹਿਸ਼ਤਗਰਦੀ ਦੇ ਖਿਲਾਫ ਹੈ ਔਰ ਜਿਹੜੀ ਇੰਡੀਅਨ ਸਟੇਟ ਹੈ ਇਹ ਦਹਿਸ਼ਤਗਰਦੀ ਨੂੰ ਸਪੋਰਟ ਕਰਦੀ ਹੈ। ਜਿਹੜਾ ਇਹਨਾਂ ਨੇ ਮੇਰੇ ਉੱਤੇ ਮੁਕੱਦਮਾ ਕੀਤਾ ਕਿ ਭਗਤ ਸਿੰਘ ਨੂੰ ਮੈਂ ਦਹਿਸ਼ਤਗਰਦ ਕਿਹਾ ਹੈ, ਹੁਣ ਜਨੀਵਾ ਕਨਵੈਨਸ਼ਨਸ ਆਫ ਵਾਰ ਮੈਂ ਕੋਟ ਕੀਤੀਆਂ, ਉਹ ਕਹਿੰਦੀਆਂ ਕਿ ਜਿਹੜਾ ਵੀ ਬੇਗੁਨਾਹ ਬੰਦਿਆਂ ਨੂੰ ਮਾਰਦੇ ਹੈ ਉਹ ਕਾਨੂੰਨ ਦੇ ਖਿਲਾਫ ਹੈ ਤੇ ਇੱਕ ਕ੍ਰਿਮੀਨਲ ਮੁਜਰਮ ਕੇਸ ਹੈ। ਇਹਦਾ ਮਤਲਬ ਹੈ ਕਿ ਇੰਡੀਆ ਅਜੇ ਵੀ ਉਸ ਦਾ ਸਟੈਂਡ ਦਹਿਸ਼ਤਗਰਦੀ ਦੇ ਉੱਤੇ ਕਲੀਅਰ ਨਹੀਂ ਹੈ। ਜੇ ਉਸ ਨੂੰ ਪਸੰਦ ਆਉਂਦਾ ਹੈ ਤਾਂ ਦਹਿਸ਼ਤਗਰਦ ਨੂੰ ਦਹਿਸ਼ਤਗਰਦ ਕਹਿ ਦਿੰਦੇ ਹੈ, ਜਿਵੇਂ ਸਰਦਾਰ ਭਗਤ ਸਿੰਘ ਹੈ, ਜਿਵੇਂ ਆਪਣਾ ਸੁਭਾਸ਼ ਚੰਦਰ ਬੋਸ ਹੈ। ਤੇ ਜੇ ਉਹਨਾਂ ਨੂੰ ਪਸੰਦ ਨਾ ਆਵੇ ਤਾਂ ਉਹ ਕਹਿ ਦਿੰਦੇ ਤਾਂ ਜੀ ਦਹਿਸ਼ਤਗਰਦੀ ਹੈ। ਹੁਣ ਇੰਡੀਆ ਨੂੰ ਇਸ ਕੇਸ ਦੇ ਫੈਸਲੇ ਤੋਂ ਬਾਅਦ ਦੁਨੀਆ ਨੂੰ ਦੱਸਣਾ ਪਊਗਾ ਕਿ ਡੂ ਦੇ ਸਪੋਰਟ ਟੈਰਰਿਜ਼ਮ ਔਰ ਨਾਟ, ਕਿ ਉਹ ਦਹਿਸ਼ਤਗਰਦੀ ਦੀ ਸਪੋਰਟ ਕਰਦੇ ਹੈ ਕਿ ਨਹੀਂ ਕਰਦੇ। ਸੋ ਇਹ ਬਹੁਤ ਵੱਡਾ ਇੱਕ ਫੈਸਲਾ ਅਦਾਲਤ ਨੇ ਕੀਤਾ ਹੈ ਕਿ ਜਿਹੜਾ ਮੈਂ ਕਿਹਾ ਸੀਗਾ ਕਿ ਸਰਦਾਰ ਭਗਤ ਸਿੰਘ ਨੇ ਦਹਿਸ਼ਤਗਰਦੀ ਕੀਤੀ ਹੈ, ਇਹ ਸਾਬਤ ਹੋ ਗਿਆ ਹੈ ਕਿ ਉਹ ਦਹਿਸ਼ਤਗਰਦ ਸੀਗਾ। ਜਿਹੜੇ ਕਾਮਰੇਡ ਤੇ ਹੋਰ ਲੋਕ ਜਿਹੜੇ ਇਹੋ ਜਿਹੀ ਦਹਿਸ਼ਤਗਰਦੀ ਨੂੰ ਸਪੋਰਟ ਕਰਦੇ ਹੈ, ਮੈਂ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਇਹਨਾਂ ਲੋਕਾਂ ਨੇ, ਭਗਤ ਸਿੰਘ ਤੇ ਕਾਮਰੇਡਾਂ ਨੇ ਇੰਡੀਆ ਤੇ ਪਾਕਿਸਤਾਨ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਤਾ, ਪਰ ਹਰੇਕ ਕਾਮਰੇਡ ਦਾ, ਭਗਤ ਸਿੰਘ ਦਾ ਰਿਲੇਟਿਵ ਅੱਜ ਜੇ ਰਿਹਾਇਸ਼ ਕਰਦਾ ਉਹ ਕੈਨੇਡਾ ਦੇ ਵਿੱਚ ਕਰਦਾ ਹੈ, ਵਲਾਇਤ ਦੇ ਵਿੱਚ ਕਰਦਾ ਹੈ, ਸਵਿਟਜ਼ਰਲੈਂਡ, ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਦੇ ਵਿੱਚ ਕਰਦਾ ਜਿੱਥੇ ਅੰਗਰੇਜ਼ਾਂ ਦਾ ਰਾਜ ਹੈ। ਤਾਂ ਮੈਂ ਪੁੱਛਦਾ ਕਿ ਫਿਰ ਇਹ ਕਾਮਰੇਡਾਂ ਨੂੰ ਤੇ ਆਜ਼ਾਦੀ ਘੁਲਾਟੀਆਂ ਨੂੰ ਕਿ ਜੇ ਤੁਸੀਂ ਆਜ਼ਾਦੀ ਦਿਵਾਉਣੀ ਸੀ ਤੇ ਤੁਹਾਡੇ ਮੁੰਡੇ ਤੇ ਤੁਹਾਡੇ ਟੱਬਰ ਤਾਂ ਅੰਗਰੇਜ਼ਾਂ ਦੇ ਰਾਜ ਥੱਲੇ ਫੇਰ ਚਲੀ ਜਾਂਦੇ ਆ, ਫਿਰ ਤੁਸੀਂ ਕਾਹਦੀ ਸਾਨੂੰ ਆਜ਼ਾਦੀ ਦਿਵਾ ਕੇ ਗਏ ਹੋ। ਔਰ ਦੂਸਰੀ ਗੱਲ ਹੈ ਕਿ ਇਹ ਜਿਹੜੇ ਆਜ਼ਾਦੀ ਘੁਲਾਟੀਏ ਸੀਗੇ ਜਿਨ੍ਹਾਂ ਦੀ ਆਪਾਂ ਉਸਤਤ ਕਰਦੇ ਹਾਂ ਕਿ ਇਹਨਾਂ ਨੇ ਸਾਨੂੰ ਆਜ਼ਾਦੀ ਦਿਵਾਈ ਹੈ, ਠੀਕ ਹੈ, ਇਹਨਾਂ ਨੇ ਹਿੰਦੂ ਨੂੰ ਆਜ਼ਾਦ ਕਰਾਤਾ, ਮੁਸਲਮਾਨ ਨੂੰ ਆਜ਼ਾਦ ਕਰਾਤਾ। ਮੁਸਲਮਾਨ ਪਾਕਿਸਤਾਨ 'ਚ ਆਜ਼ਾਦ ਹੈ, ਹਿੰਦੂ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਆਜ਼ਾਦ ਹੈ। ਪਰ ਤੀਜੀ ਜਿਹੜੀ ਧਿਰ ਹੈ ਜਿਸ ਨੇ ਸਾਰਿਆਂ ਤੋਂ ਜ਼ਿਆਦਾ ਕੁਰਬਾਨੀ ਕੀਤੀ ਹੈ ਉਹ ਤਾਂ ਅੱਜ ਗੁਲਾਮ ਹੈ। ਜਿਹੜਾ ਇੰਡੀਆ 'ਚ ਅੱਜ ਸਿੱਖ ਹੈ ਉਹ ਹਿੰਦੂ ਦੇ ਗੁਲਾਮ ਹੈ, ਜਿਹੜਾ ਪਾਕਿਸਤਾਨ 'ਚ ਉਹ ਮੁਸਲਮਾਨ ਦੇ ਗੁਲਾਮ ਹੈ। ਤੇ ਫਿਰ ਸਿੱਖਾਂ ਨੂੰ ਕਾਹਦੀ ਆਜ਼ਾਦੀ ਮਿਲੀ ਹੈਗੀ ਅਜੇ ਤੱਕ? ਇਹ ਤਾਂ ਹੁਣ ਇਹਨਾਂ ਨੂੰ ਪੁੱਛੋ ਜੀ ਕੀ ਕਰਨ ਨੂੰ। ਮੈਨੂੰ ਤਾਂ ਫਸਾਈ ਰੱਖਦੇ ਆ ਕੋਈ ਨਾ ਕੋਈ ਕੇਸ ਦੇ ਵਿੱਚ, ਜਾਂ ਅਮਰਿੰਦਰ ਜਾਂ ਮਨਮੋਹਨ ਸਿੰਘ ਜਾਂ ਬੀਜੇਪੀ ਜਾਂ ਬਾਦਲ। ਤੇ ਜਦੋਂ ਇਹ ਫਸੇ ਨਾ ਕਿਤੇ ਫੇਰ ਦੇਖਿਓ ਇਹਨਾਂ ਦਾ ਹਾਲ ਕੀ ਹੋਊਗਾ।
ਮੇਰੇ ਤੇ ਇਲਜ਼ਾਮ ਹਕੂਮਤ ਨੇ ਲਗਾਇਆ ਸੀਗਾ ਕਿ ਮੈਂ ਸਰਦਾਰ ਭਗਤ ਸਿੰਘ ਨੂੰ ਦਹਿਸ਼ਤਗਰਦ ਕਿਹਾ ਹੈ, ਕਿਉਂ ਕਰਕੇ ਉਹਨਾਂ ਨੇ ਦੋ ਬੇਗਨਾ ਪੁਲਿਸ ਆਫੀਸਰਸ, ਇੱਕ ਮਿਸਟਰ ਸੌਂਡਰਸ ਨੌਜਵਾਨ 22 ਸਾਲਾਂ ਦਾ ਅੰਗਰੇਜ਼ ਤੇ ਦੂਜਾ ਅੰਮ੍ਰਿਤਧਾਰੀ ਸਿੱਖ ਹੈਡ ਕਾਂਸਟੇਬਲ ਚੰਨਨ ਸਿੰਘ ਮਾਰਤਾ ਸੀ ਤੇ ਸੈਂਟਰਲ ਅਸੈਂਬਲੀ ਦੇ ਵਿੱਚ ਬੰਬ ਨੂੰ ਲੌਬ ਕਰ ਦਿੱਤਾ ਸੀਗਾ। ਇਹਦੇ ਤੇ ਮੇਰਾ ਕੇਸ ਬਣਿਆ ਕਿ ਮੈਂ ਇੱਕ ਨੈਸ਼ਨਲ ਹੀਰੋ ਦੀ ਬੇਇੱਜ਼ਤੀ ਕੀਤੀ ਹੈ ਔਰ ਮੈਂ ਉਸ ਨੂੰ ਦਹਿਸ਼ਤਗਰਦ ਠਹਿਰਾਇਆ। ਅੱਜ ਜਿਹੜਾ ਫੈਸਲਾ ਹੋਇਆ ਹੈ, ਅੱਜ ਸਾਨੂੰ ਬੜੀ ਖੁਸ਼ੀ ਹੈ, ਸੋਢੀ ਸਾਹਿਬ ਮੇਰੇ ਵਕੀਲ ਰਹੇ ਹੈ, ਕਿ ਅਸੀਂ ਪ੍ਰੂਵ ਕਰਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਿਲਕੁਲ ਦਹਿਸ਼ਤਗਰਦੀ ਦੇ ਖਿਲਾਫ ਹੈ ਔਰ ਜਿਹੜੀ ਇੰਡੀਅਨ ਸਟੇਟ ਹੈ ਇਹ ਦਹਿਸ਼ਤਗਰਦੀ ਨੂੰ ਸਪੋਰਟ ਕਰਦੀ ਹੈ। ਜਿਹੜਾ ਇਹਨਾਂ ਨੇ ਮੇਰੇ ਉੱਤੇ ਮੁਕੱਦਮਾ ਕੀਤਾ ਕਿ ਭਗਤ ਸਿੰਘ ਨੂੰ ਮੈਂ ਦਹਿਸ਼ਤਗਰਦ ਕਿਹਾ ਹੈ, ਹੁਣ ਜਨੀਵਾ ਕਨਵੈਨਸ਼ਨਸ ਆਫ ਵਾਰ ਮੈਂ ਕੋਟ ਕੀਤੀਆਂ, ਉਹ ਕਹਿੰਦੀਆਂ ਕਿ ਜਿਹੜਾ ਵੀ ਬੇਗਨਾਹ ਬੰਦਿਆਂ ਨੂੰ ਮਾਰਦੇ ਹੈ ਉਹ ਕਾਨੂੰਨ ਦੇ ਖਿਲਾਫ ਹੈ ਤੇ ਇੱਕ ਕ੍ਰਿਮੀਨਲ ਮੁਜਰਮ ਕੇਸ ਹੈ। ਇਹਦਾ ਮਤਲਬ ਹੈ ਕਿ ਇੰਡੀਆ ਅਜੇ ਵੀ ਉਸ ਦਾ ਸਟੈਂਡ ਦਹਿਸ਼ਤਗਰਦੀ ਦੇ ਉੱਤੇ ਕਲੀਅਰ ਨਹੀਂ ਹੈ। ਜੇ ਉਸ ਨੂੰ ਪਸੰਦ ਆਉਂਦਾ ਹੈ ਤਾਂ ਦਹਿਸ਼ਤਗਰਦ ਨੂੰ ਦਹਿਸ਼ਤਗਰਦ ਕਹਿ ਦਿੰਦੇ ਹੈ, ਜਿਵੇਂ ਸਰਦਾਰ ਭਗਤ ਸਿੰਘ ਹੈ, ਜਿਵੇਂ ਆਪਣਾ ਸੁਭਾਸ਼ ਚੰਦਰ ਬੋਸ ਹੈ। ਤੇ ਜੇ ਉਹਨਾਂ ਨੂੰ ਪਸੰਦ ਨਾ ਆਵੇ ਤਾਂ ਉਹ ਕਹਿ ਦਿੰਦੇ ਤਾਂ ਜੀ ਦਹਿਸ਼ਤਗਰਦੀ ਹੈ। ਹੁਣ ਇੰਡੀਆ ਨੂੰ ਇਸ ਕੇਸ ਦੇ ਫੈਸਲੇ ਤੋਂ ਬਾਅਦ ਦੁਨੀਆ ਨੂੰ ਦੱਸਣਾ ਪਊਗਾ ਕਿ ਡੂ ਦੇ ਸਪੋਰਟ ਟੈਰਰਿਜ਼ਮ ਔਰ ਨਾਟ, ਕਿ ਉਹ ਦਹਿਸ਼ਤਗਰਦੀ ਦੀ ਸਪੋਰਟ ਕਰਦੇ ਹੈ ਕਿ ਨਹੀਂ ਕਰਦੇ। ਸੋ ਇਹ ਬਹੁਤ ਵੱਡਾ ਇੱਕ ਫੈਸਲਾ ਅਦਾਲਤ ਨੇ ਕੀਤਾ ਹੈ ਕਿ ਜਿਹੜਾ ਮੈਂ ਕਿਹਾ ਸੀਗਾ ਕਿ ਸਰਦਾਰ ਭਗਤ ਸਿੰਘ ਨੇ ਦਹਿਸ਼ਤਗਰਦੀ ਕੀਤੀ ਹੈ, ਇਹ ਸਾਬਤ ਹੋ ਗਿਆ ਹੈ ਕਿ ਉਹ ਦਹਿਸ਼ਤਗਰਦ ਸੀਗਾ। ਜਿਹੜੇ ਕਾਮਰੇਡ ਤੇ ਹੋਰ ਲੋਕ ਜਿਹੜੇ ਇਹੋ ਜਿਹੀ ਦਹਿਸ਼ਤਗਰਦੀ ਨੂੰ ਸਪੋਰਟ ਕਰਦੇ ਹੈ, ਮੈਂ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਇਹਨਾਂ ਲੋਕਾਂ ਨੇ, ਭਗਤ ਸਿੰਘ ਤੇ ਕਾਮਰੇਡਾਂ ਨੇ ਇੰਡੀਆ ਤੇ ਪਾਕਿਸਤਾਨ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਤਾ, ਪਰ ਹਰੇਕ ਕਾਮਰੇਡ ਦਾ, ਭਗਤ ਸਿੰਘ ਦਾ ਰਿਲੇਟਿਵ ਅੱਜ ਜੇ ਰਿਹਾਇਸ਼ ਕਰਦਾ ਹੈ, ਉਹ ਕੈਨੇਡਾ ਦੇ ਵਿੱਚ ਕਰਦਾ ਹੈ, ਵਲਾਇਤ ਦੇ ਵਿੱਚ ਕਰਦਾ ਹੈ, ਸਵਿਟਜ਼ਰਲੈਂਡ, ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਦੇ ਵਿੱਚ ਕਰਦਾ, ਜਿੱਥੇ ਅੰਗਰੇਜ਼ਾਂ ਦਾ ਰਾਜ ਹੈ। ਤਾਂ ਮੈਂ ਪੁੱਛਦਾ ਕਿ ਫਿਰ ਇਹ ਕਾਮਰੇਡਾਂ ਨੂੰ ਤੇ ਆਜ਼ਾਦੀ ਘੁਲਾਟੀਆਂ ਨੂੰ ਕਿ ਜੇ ਤੁਸੀਂ ਆਜ਼ਾਦੀ ਦਿਵਾਉਣੀ ਸੀ ਤੇ ਤੁਹਾਡੇ ਮੁੰਡੇ ਤੇ ਤੁਹਾਡੇ ਟੱਬਰ ਤਾਂ ਅੰਗਰੇਜ਼ਾਂ ਦੇ ਰਾਜ ਥੱਲੇ ਫੇਰ ਚਲੀ ਜਾਂਦੇ ਆ, ਫਿਰ ਤੁਸੀਂ ਕਾਹਦੀ ਸਾਨੂੰ ਆਜ਼ਾਦੀ ਦਿਵਾ ਕੇ ਗਏ ਹੋ। ਔਰ ਦੂਸਰੀ ਗੱਲ ਹੈ ਕਿ ਇਹ ਜਿਹੜੇ ਆਜ਼ਾਦੀ ਘੁਲਾਟੀਏ ਸੀਗੇ, ਜਿਨ੍ਹਾਂ ਦੀ ਆਪਾਂ ਉਸਤਤ ਕਰਦੇ ਹਾਂ ਕਿ ਇਹਨਾਂ ਨੇ ਸਾਨੂੰ ਆਜ਼ਾਦੀ ਦਵਾਈ ਹੈ, ਠੀਕ ਹੈ, ਇਹਨਾਂ ਨੇ ਹਿੰਦੂ ਨੂੰ ਆਜ਼ਾਦ ਕਰਾਤਾ, ਮੁਸਲਮਾਨ ਨੂੰ ਆਜ਼ਾਦ ਕਰਾਤਾ। ਮੁਸਲਮਾਨ ਪਾਕਿਸਤਾਨ 'ਚ ਆਜ਼ਾਦ ਹੈ, ਹਿੰਦੂ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਆਜ਼ਾਦ ਹੈ। ਪਰ ਤੀਜੀ ਜਿਹੜੀ ਧਿਰ ਹੈ ਜਿਸ ਨੇ ਸਾਰਿਆਂ ਤੋਂ ਜ਼ਿਆਦਾ ਕੁਰਬਾਨੀ ਕੀਤੀ ਹੈ, ਉਹ ਤਾਂ ਅੱਜ ਗੁਲਾਮ ਹੈ। ਜਿਹੜਾ ਇੰਡੀਆ 'ਚ ਅੱਜ ਸਿੱਖ ਹੈ ਉਹ ਹਿੰਦੂ ਦੇ ਗੁਲਾਮ ਹੈ, ਜਿਹੜਾ ਪਾਕਿਸਤਾਨ 'ਚ ਉਹ ਮੁਸਲਮਾਨ ਦੇ ਗੁਲਾਮ ਹੈ। ਤੇ ਫਿਰ ਸਿੱਖਾਂ ਨੂੰ ਕਾਹਦੀ ਆਜ਼ਾਦੀ ਮਿਲੀ ਹੈਗੀ ਅਜੇ ਤੱਕ? ਇਹ ਤਾਂ ਹੁਣ ਇਹਨਾਂ ਨੂੰ ਪੁੱਛੋ ਜੀ ਕੀ ਕਰਨ ਨੂੰ। ਮੈਨੂੰ ਤਾਂ ਫਸਾਈ ਰੱਖਦੇ ਆ ਕੋਈ ਨਾ ਕੋਈ ਕੇਸ ਦੇ ਵਿੱਚ, ਜਾਂ ਅਮਰਿੰਦਰ ਜਾਂ ਮਨਮੋਹਨ ਸਿੰਘ ਜਾਂ ਬੀਜੇਪੀ ਜਾਂ ਬਾਦਲ। ਤੇ ਜਦੋਂ ਇਹ ਫਸੇ ਨਾ ਕਿਤੇ, ਫੇਰ ਦੇਖਿਓ ਇਹਨਾਂ ਦਾ ਹਾਲ ਕੀ ਹੋਊਗਾ। ਸਿਮਰਨਜੀਤ ਸਿੰਘ ਮਾਨ ਜਿੰਦਾਬਾਦ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿੰਦਾਬਾਦ, ਖਾਲਸਤਾਨ ਜਿੰਦਾਬਾਦ।
ਮੇਰੇ ਤੇ ਇਲਜ਼ਾਮ ਹਕੂਮਤ ਨੇ ਲਗਾਇਆ ਸੀਗਾ ਕਿ ਮੈਂ ਸਰਦਾਰ ਭਗਤ ਸਿੰਘ ਨੂੰ ਦਹਿਸ਼ਤਗਰਦ ਕਿਹਾ ਹੈ, ਕਿਉਂ ਕਰਕੇ ਉਹਨਾਂ ਨੇ ਦੋ ਬੇਗਨਾ ਪੁਲਿਸ ਆਫੀਸਰਸ, ਇੱਕ ਮਿਸਟਰ ਸੌਂਡਰਸ ਨੌਜਵਾਨ 22 ਸਾਲਾਂ ਦਾ ਅੰਗਰੇਜ਼ ਤੇ ਦੂਜਾ ਅੰਮ੍ਰਿਤਧਾਰੀ ਸਿੱਖ ਹੈਡ ਕਾਂਸਟੇਬਲ ਚੰਨਨ ਸਿੰਘ ਮਾਰਤਾ ਸੀ ਤੇ ਸੈਂਟਰਲ ਅਸੈਂਬਲੀ ਦੇ ਵਿੱਚ ਬੰਬ ਨੂੰ ਲੱਭ ਕਰ ਦਿੱਤਾ ਸੀਗਾ। ਇਹਦੇ ਤੇ ਮੇਰਾ ਕੇਸ ਬਣਿਆ ਕਿ ਮੈਂ ਇੱਕ ਨੈਸ਼ਨਲ ਹੀਰੋ ਦੀ ਬੇਇੱਜ਼ਤੀ ਕੀਤੀ ਹੈ ਔਰ ਮੈਂ ਉਸ ਨੂੰ ਦਹਿਸ਼ਤਗਰਦ ਠਹਿਰਾਇਆ। ਅੱਜ ਜਿਹੜਾ ਫੈਸਲਾ ਹੋਇਆ ਹੈ, ਅੱਜ ਸਾਨੂੰ ਬੜੀ ਖੁਸ਼ੀ ਹੈ, ਸੋਢੀ ਸਾਹਿਬ ਮੇਰੇ ਵਕੀਲ ਰਹੇ ਹੈ, ਕਿ ਅਸੀਂ ਪ੍ਰੂਵ ਕਰਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਿਲਕੁਲ ਦਹਿਸ਼ਤਗਰਦੀ ਦੇ ਖਿਲਾਫ ਹੈ ਔਰ ਜਿਹੜੀ ਇੰਡੀਅਨ ਸਟੇਟ ਹੈ ਇਹ ਦਹਿਸ਼ਤਗਰਦੀ ਨੂੰ ਸਪੋਰਟ ਕਰਦੀ ਹੈ। ਜਿਹੜਾ ਇਹਨਾਂ ਨੇ ਮੇਰੇ ਉੱਤੇ ਮੁਕੱਦਮਾ ਕੀਤਾ ਕਿ ਭਗਤ ਸਿੰਘ ਨੂੰ ਮੈਂ ਦਹਿਸ਼ਤਗਰਦ ਕਿਹਾ ਹੈ, ਹੁਣ ਜਨੀਵਾ ਕਨਵੈਨਸ਼ਨਸ ਆਫ ਵਾਰ ਮੈਂ ਕੋਟ ਕੀਤੀਆਂ, ਉਹ ਕਹਿੰਦੀਆਂ ਕਿ ਜਿਹੜਾ ਵੀ ਬੇਗੁਨਾਹ ਬੰਦਿਆਂ ਨੂੰ ਮਾਰਦੇ ਹੈ ਉਹ ਕਾਨੂੰਨ ਦੇ ਖਿਲਾਫ ਹੈ ਤੇ ਇੱਕ ਕ੍ਰਿਮੀਨਲ ਮੁਜਰਮ ਕੇਸ ਹੈ। ਇਹਦਾ ਮਤਲਬ ਹੈ ਕਿ ਇੰਡੀਆ ਅਜੇ ਵੀ ਉਸ ਦਾ ਸਟੈਂਡ ਦਹਿਸ਼ਤਗਰਦੀ ਦੇ ਉੱਤੇ ਕਲੀਅਰ ਨਹੀਂ ਹੈ। ਜੇ ਉਸ ਨੂੰ ਪਸੰਦ ਆਉਂਦਾ ਹੈ ਤਾਂ ਦਹਿਸ਼ਤਗਰਦ ਨੂੰ ਦਹਿਸ਼ਤਗਰਦ ਕਹਿ ਦਿੰਦੇ ਹੈ, ਜਿਵੇਂ ਸਰਦਾਰ ਭਗਤ ਸਿੰਘ ਹੈ, ਜਿਵੇਂ ਆਪਣਾ ਸੁਭਾਸ਼ ਚੰਦਰ ਬੋਸ ਹੈ। ਤੇ ਜੇ ਉਹਨਾਂ ਨੂੰ ਪਸੰਦ ਨਾ ਆਵੇ ਤਾਂ ਉਹ ਕਹਿ ਦਿੰਦੇ ਇਹ ਤਾਂ ਜੀ ਦਹਿਸ਼ਤਗਰਦੀ ਹੈ। ਹੁਣ ਇੰਡੀਆ ਨੂੰ ਇਸ ਕੇਸ ਦੇ ਫੈਸਲੇ ਤੋਂ ਬਾਅਦ ਦੁਨੀਆ ਨੂੰ ਦੱਸਣਾ ਪਊਗਾ ਕਿ ਡੂ ਦੇ ਸਪੋਰਟ ਟੈਰਰਿਜ਼ਮ ਔਰ ਨਾਟ, ਕਿ ਉਹ ਦਹਿਸ਼ਤਗਰਦੀ ਦੀ ਸਪੋਰਟ ਕਰਦੇ ਹੈ ਕਿ ਨਹੀਂ ਕਰਦੇ। ਸੋ ਇਹ ਬਹੁਤ ਵੱਡਾ ਇੱਕ ਫੈਸਲਾ ਅਦਾਲਤ ਨੇ ਕੀਤਾ ਹੈ ਕਿ ਜਿਹੜਾ ਮੈਂ ਕਿਹਾ ਸੀਗਾ ਕਿ ਸਰਦਾਰ ਭਗਤ ਸਿੰਘ ਨੇ ਦਹਿਸ਼ਤਗਰਦੀ ਕੀਤੀ ਹੈ, ਇਹ ਸਾਬਤ ਹੋ ਗਿਆ ਹੈ ਕਿ ਉਹ ਦਹਿਸ਼ਤਗਰਦ ਸੀਗਾ। ਜਿਹੜੇ ਕਾਮਰੇਡ ਤੇ ਹੋਰ ਲੋਕ ਜਿਹੜੇ ਇਹੋ ਜਿਹੀ ਦਹਿਸ਼ਤਗਰਦੀ ਨੂੰ ਸਪੋਰਟ ਕਰਦੇ ਹੈ, ਮੈਂ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਇਹਨਾਂ ਲੋਕਾਂ ਨੇ, ਭਗਤ ਸਿੰਘ ਤੇ ਕਾਮਰੇਡਾਂ ਨੇ ਇੰਡੀਆ ਤੇ ਪਾਕਿਸਤਾਨ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਤਾ, ਪਰ ਹਰੇਕ ਕਾਮਰੇਡ ਦਾ, ਭਗਤ ਸਿੰਘ ਦਾ ਰਿਲੇਟਿਵ ਅੱਜ ਜੇ ਰਿਹਾਇਸ਼ ਕਰਦਾ, ਉਹ ਕੈਨੇਡਾ ਦੇ ਵਿੱਚ ਕਰਦਾ, ਵਿਲਾਇਤ ਦੇ ਵਿੱਚ ਕਰਦਾ, ਸਵਿਟਜ਼ਰਲੈਂਡ, ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਦੇ ਵਿੱਚ ਕਰਦਾ, ਜਿੱਥੇ ਅੰਗਰੇਜ਼ਾਂ ਦਾ ਰਾਜ ਹੈ। ਤਾਂ ਮੈਂ ਪੁੱਛਦਾ ਕਿ ਫਿਰ ਇਹ ਕਾਮਰੇਡਾਂ ਨੂੰ ਤੇ ਆਜ਼ਾਦੀ ਘੁਲਾਟੀਆਂ ਨੂੰ ਕਿ ਜੇ ਤੁਸੀਂ ਆਜ਼ਾਦੀ ਦਿਵਾਉਣੀ ਸੀ ਤੇ ਤੁਹਾਡੇ ਮੁੰਡੇ ਤੇ ਤੁਹਾਡੇ ਟੱਬਰ ਤਾਂ ਅੰਗਰੇਜ਼ਾਂ ਦੇ ਰਾਜ ਥੱਲੇ ਫੇਰ ਚਲੀ ਜਾਂਦੇ ਆ, ਫਿਰ ਤੁਸੀਂ ਕਾਹਦੀ ਸਾਨੂੰ ਆਜ਼ਾਦੀ ਦਿਵਾ ਕੇ ਗਏ ਹੋ। ਔਰ ਦੂਸਰੀ ਗੱਲ ਹੈ ਕਿ ਇਹ ਜਿਹੜੇ ਆਜ਼ਾਦੀ ਘੁਲਾਟੀਏ ਸੀਗੇ, ਜਿਨ੍ਹਾਂ ਦੀ ਆਪਾਂ ਉਸਤਤ ਕਰਦੇ ਹਾਂ ਕਿ ਇਹਨਾਂ ਨੇ ਸਾਨੂੰ ਆਜ਼ਾਦੀ ਦਵਾਈ ਹੈ, ਠੀਕ ਹੈ, ਇਹਨਾਂ ਨੇ ਹਿੰਦੂ ਨੂੰ ਆਜ਼ਾਦ ਕਰਾਤਾ, ਮੁਸਲਮਾਨ ਨੂੰ ਆਜ਼ਾਦ ਕਰਾਤਾ। ਮੁਸਲਮਾਨ ਪਾਕਿਸਤਾਨ 'ਚ ਆਜ਼ਾਦ ਹੈ, ਹਿੰਦੂ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਆਜ਼ਾਦ ਹੈ। ਪਰ ਤੀਜੀ ਜਿਹੜੀ ਧਿਰ ਹੈ ਜਿਸ ਨੇ ਸਾਰਿਆਂ ਤੋਂ ਜ਼ਿਆਦਾ ਕੁਰਬਾਨੀ ਕੀਤੀ ਹੈ, ਉਹ ਤਾਂ ਅੱਜ ਗੁਲਾਮ ਹੈ। ਜਿਹੜਾ ਇੰਡੀਆ 'ਚ ਅੱਜ ਸਿੱਖ ਹੈ ਉਹ ਹਿੰਦੂ ਦੇ ਗੁਲਾਮ ਹੈ, ਜਿਹੜਾ ਪਾਕਿਸਤਾਨ 'ਚ ਉਹ ਮੁਸਲਮਾਨ ਦੇ ਗੁਲਾਮ ਹੈ। ਤੇ ਫਿਰ ਸਿੱਖਾਂ ਨੂੰ ਕਾਹਦੀ ਆਜ਼ਾਦੀ ਮਿਲੀ ਹੈਗੀ ਅਜੇ ਤੱਕ? ਇਹ ਤਾਂ ਹੁਣ ਇਹਨਾਂ ਨੂੰ ਪੁੱਛੋ ਜੀ ਕੀ ਕਰਨ ਨੂੰ। ਮੈਨੂੰ ਤਾਂ ਫਸਾਈ ਰੱਖਦੇ ਆ ਕੋਈ ਨਾ ਕੋਈ ਕੇਸ ਦੇ ਵਿੱਚ, ਜਾਂ ਅਮਰਿੰਦਰ ਜਾਂ ਮਨਮੋਹਨ ਸਿੰਘ ਜਾਂ ਬੀਜੇਪੀ ਜਾਂ ਬਾਦਲ। ਤੇ ਜਦੋਂ ਇਹ ਫਸੇ ਨਾ ਕਿਤੇ, ਫੇਰ ਦੇਖਿਓ ਇਹਨਾਂ ਦਾ ਹਾਲ ਕੀ ਹੋਊਗਾ। ਸਿਮਰਨਜੀਤ ਸਿੰਘ ਮਾਨ ਜਿੰਦਾਬਾਦ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿੰਦਾਬਾਦ, ਖਾਲਸਤਾਨ ਜਿੰਦਾਬਾਦ, ਸੋਚ ਤੇ ਮਾਨ ਤੇਰੀ
ਮੇਰੇ ਤੇ ਇਲਜ਼ਾਮ ਹਕੂਮਤ ਨੇ ਲਗਾਇਆ ਸੀਗਾ ਕਿ ਮੈਂ ਸਰਦਾਰ ਭਗਤ ਸਿੰਘ ਨੂੰ ਦਹਿਸ਼ਤਗਰਦ ਕਿਹਾ ਹੈ, ਕਿਉਂ ਕਰਕੇ ਉਹਨਾਂ ਨੇ ਦੋ ਬੇਗਨਾ ਪੁਲਿਸ ਆਫੀਸਰਸ, ਇੱਕ ਮਿਸਟਰ ਸੌਂਡਰਸ ਨੌਜਵਾਨ 22 ਸਾਲਾਂ ਦਾ ਅੰਗਰੇਜ਼ ਤੇ ਦੂਜਾ ਅੰਮ੍ਰਿਤਧਾਰੀ ਸਿੱਖ ਹੈਡ ਕਾਂਸਟੇਬਲ ਚੰਨਨ ਸਿੰਘ ਮਾਰਤਾ ਸੀ ਤੇ ਸੈਂਟਰਲ ਅਸੈਂਬਲੀ ਦੇ ਵਿੱਚ ਬੰਬ ਨੂੰ ਲੱਭ ਕਰ ਦਿੱਤਾ ਸੀਗਾ। ਇਹਦੇ ਤੇ ਮੇਰਾ ਕੇਸ ਬਣਿਆ ਕਿ ਮੈਂ ਇੱਕ ਨੈਸ਼ਨਲ ਹੀਰੋ ਦੀ ਬੇਇੱਜ਼ਤੀ ਕੀਤੀ ਹੈ ਔਰ ਮੈਂ ਉਸ ਨੂੰ ਦਹਿਸ਼ਤਗਰਦ ਠਹਿਰਾਇਆ। ਅੱਜ ਜਿਹੜਾ ਫੈਸਲਾ ਹੋਇਆ ਹੈ, ਅੱਜ ਸਾਨੂੰ ਬੜੀ ਖੁਸ਼ੀ ਹੈ, ਸੋਢੀ ਸਾਹਿਬ ਮੇਰੇ ਵਕੀਲ ਰਹੇ ਹੈ, ਕਿ ਅਸੀਂ ਪ੍ਰੂਵ ਕਰਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਿਲਕੁਲ ਦਹਿਸ਼ਤਗਰਦੀ ਦੇ ਖਿਲਾਫ ਹੈ ਔਰ ਜਿਹੜੀ ਇੰਡੀਅਨ ਸਟੇਟ ਹੈ ਇਹ ਦਹਿਸ਼ਤਗਰਦੀ ਨੂੰ ਸਪੋਰਟ ਕਰਦੀ ਹੈ। ਜਿਹੜਾ ਇਹਨਾਂ ਨੇ ਮੇਰੇ ਉੱਤੇ ਮੁਕੱਦਮਾ ਕੀਤਾ ਕਿ ਭਗਤ ਸਿੰਘ ਨੂੰ ਮੈਂ ਦਹਿਸ਼ਤਗਰਦ ਕਿਹਾ ਹੈ, ਹੁਣ ਜਨੀਵਾ ਕਨਵੈਨਸ਼ਨਸ ਆਫ ਵਾਰ ਮੈਂ ਕੋਟ ਕੀਤੀਆਂ, ਉਹ ਕਹਿੰਦੀਆਂ ਕਿ ਜਿਹੜਾ ਵੀ ਬੇਗੁਨਾਹ ਬੰਦਿਆਂ ਨੂੰ ਮਾਰਦੇ ਹੈ ਉਹ ਕਾਨੂੰਨ ਦੇ ਖਿਲਾਫ ਹੈ ਤੇ ਇੱਕ ਕ੍ਰਿਮੀਨਲ ਮੁਜਰਮ ਕੇਸ ਹੈ। ਇਹਦਾ ਮਤਲਬ ਹੈ ਕਿ ਇੰਡੀਆ ਅਜੇ ਵੀ ਉਸ ਦਾ ਸਟੈਂਡ ਦਹਿਸ਼ਤਗਰਦੀ ਦੇ ਉੱਤੇ ਕਲੀਅਰ ਨਹੀਂ ਹੈ। ਜੇ ਉਸ ਨੂੰ ਪਸੰਦ ਆਉਂਦਾ ਹੈ ਤਾਂ ਦਹਿਸ਼ਤਗਰਦ ਨੂੰ ਦਹਿਸ਼ਤਗਰਦ ਕਹਿ ਦਿੰਦੇ ਹੈ, ਜਿਵੇਂ ਸਰਦਾਰ ਭਗਤ ਸਿੰਘ ਹੈ, ਜਿਵੇਂ ਆਪਣਾ ਸੁਭਾਸ਼ ਚੰਦਰ ਬੋਸ ਹੈ। ਤੇ ਜੇ ਉਹਨਾਂ ਨੂੰ ਪਸੰਦ ਨਾ ਆਵੇ ਤਾਂ ਉਹ ਕਹਿ ਦਿੰਦੇ ਤਾਂ ਜੀ ਦਹਿਸ਼ਤਗਰਦੀ ਹੈ। ਹੁਣ ਇੰਡੀਆ ਨੂੰ ਇਸ ਕੇਸ ਦੇ ਫੈਸਲੇ ਤੋਂ ਬਾਅਦ ਦੁਨੀਆ ਨੂੰ ਦੱਸਣਾ ਪਊਗਾ ਕਿ ਡੂ ਦੇ ਸਪੋਰਟ ਟੈਰਰਿਜ਼ਮ ਔਰ ਨਾਟ, ਕਿ ਉਹ ਦਹਿਸ਼ਤਗਰਦੀ ਦੀ ਸਪੋਰਟ ਕਰਦੇ ਹੈ ਕਿ ਨਹੀਂ ਕਰਦੇ। ਸੋ ਇਹ ਬਹੁਤ ਵੱਡਾ ਇੱਕ ਫੈਸਲਾ ਅਦਾਲਤ ਨੇ ਕੀਤਾ ਹੈ ਕਿ ਜਿਹੜਾ ਮੈਂ ਕਿਹਾ ਸੀਗਾ ਕਿ ਸਰਦਾਰ ਭਗਤ ਸਿੰਘ ਨੇ ਦਹਿਸ਼ਤਗਰਦੀ ਕੀਤੀ ਹੈ, ਇਹ ਸਾਬਤ ਹੋ ਗਿਆ ਹੈ ਕਿ ਉਹ ਦਹਿਸ਼ਤਗਰਦ ਸੀਗਾ। ਜਿਹੜੇ ਕਾਮਰੇਡ ਤੇ ਹੋਰ ਲੋਕ ਜਿਹੜੇ ਇਹੋ ਜਿਹੀ ਦਹਿਸ਼ਤਗਰਦੀ ਨੂੰ ਸਪੋਰਟ ਕਰਦੇ ਹੈ, ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਕਹਿੰਦੇ ਹੋ